ਕਰਤਾਰਪੁਰ ਨਿਵਾਸ ਅਚਲ ਵਟਾਲੇ ਸਿੱਧਾਂ ਨਾਲ ਚਰਚਾ। ਭਾਈ ਬਾਲੇ ਨੇ ਕਿਹਾ ਕਿ ਗੁਰੂ ਜੀ ਸਿਆਲਕੋਟ ਤੋਂ ਚੱਲ ਕੇ ਕਰਤਾਰਪੁਰ ਆ ਬਿਰਾਜੇ। ਆਪ ਜੀ ਦੇ ਆਗਮਨ ਕਰਕੇ ਸੰਗਤਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ, ਕੀਰਤਨ ਕੀਤੇ, ਕੜਾਹ ਪ੍ਰਸ਼ਾਦ ਦੇ ਗੱਫੇ ਵਰਤਾਏ ਗਏ। ਚਾਰੇ ਦਿਸ਼ਾ ਵਿੱਚ ਨਾਮ ਦਾ ਚੱਕਰ ਚਲਾ ਕੇ ਗੁਰੂ ਜੀ ਨੇ ਹੁਣ ਫਕੀਰੀ ਪਹਿਰਾਵਾ ਉਤਾਰ ਦਿੱਤਾ ਅਤੇ ਗ੍ਰਹਿਸਥੀ ਬਾਣਾ ਧਾਰਨ ਕਰ ਲਿਆ। ਖੇਤੀ ਦਾ ਕੰਮ ਅੰਨ ਦਾਣੇ ਵਾਸਤੇ ਆਰੰਭ ਕਰਕੇ ਅਟੁੱਟ ਲੰਗਰ ਦੀ ਦੇਗ ਚਲਾ ਦਿੱਤੀ। ਆਪ ਜੀ ਦੇ ਦਰਸ਼ਨ ਕਰਨ ਵਾਸਤੇ ਦੂਰ ਨੇੜੇ ਤੋਂ ਸਿੱਖ ਸੰਗਤਾਂ ਆਉਣ ਲੱਗ ਪਈਆਂ। ਸਵਾ ਪਹਿਰ ਰਾਤ ਰਹਿੰਦੀ ਤੋਂ ਕੀਰਤਨ ਆਰੰਭ ਹੋ ਜਾਂਦਾ ਅਤੇ ਸਤਨਾਮ ਦਾ ਸਿਮਰਨ ਦਾ ਉਪਦੇਸ਼ ਸਭ ਊਚ ਨੀਚ ਨੂੰ ਨਿਸ਼ਚਾ ਕਰਾਉਂਦੇ, ਜਿਸ ਨੂੰ ਮੰਨ ਕੇ ਵਡਭਾਗੀ ਸਿੱਖ ਸੁੱਖ ਪਾਉਂਦੇ ਅਤੇ ਆਪਣਾ ਜਨਮ ਸਵਾਰਦੇ। ਕੁਝ ਸਮੇਂ ਉਪਰੰਤ ਗੁਰੂ ਜੀ ਦਾ ਕਰਤਾਰਪੁਰ ਨਿਵਾਸ ਸੁਣ ਕੇ ਅਜਿੱਤਾ ਵੀ ਇੱਥੇ ਹੀ ਆ ਗਿਆ। ਜਦ ਕੁਝ ਸਮਾਂ ਇੱਥੇ ਬੀਤ ਗਿਆ ਤਾਂ ਅਚਲ ਵਟਾਲੇ ਸ਼ਿਵਰਾਤਰੀ ਦੇ ਮੇਲੇ ਦਾ ਸਮਾਂ ਆ ਗਿਆ। ਇੱਥੇ ਬਹੁਤ ਸਿੱਧ ਇਸ ਮੇਲੇ 'ਤੇ ਆਉਂਦੇ ਸਨ ਅਤੇ ਲੋਕ ਉਹਨਾਂ ਨੂੰ ਭੇਟਾ ਅਰਪਣ ਕਰਕੇ ਪੂਜਾ ਕਰਦੇ ਸਨ। ਗੁਰੂ ਜੀ ਕੁਝ ਸਿੱਖਾਂ ਅਤੇ ਅਜਿੱਤੇ ਨੂੰ ਨਾਲ ਲੈ ਕੇ ਮੇਲੇ ਉੱਤੇ ਚਲੇ ਗਏ। ਰਾਤ ਨੂੰ ਬੜੀ ਅੰਧੇਰੀ ਆਈ, ਜਿਸ ਨਾਲ ਬਹੁਤ ਕੰਕਰ ਤੇ ਧੂੜ ਉੱਡੀ। ਮੀਂਹ ਅਤੇ ਬਿਜਲੀ ਦੀ ਕੜਕ ਨੇ ਵੀ ਬੜਾ ਜ਼ੋਰ ਪਾਇਆ, ਜਿਸ ਨਾਲ ਬਿਰਛਾਂ ਉੱਤੇ ਵਸਣ ਵਾਲੇ ਪੰਛੀ ਮਰ ਗਏ। ਸਵੇਰੇ ਉੱਠ ਕੇ ਗੁਰੂ ਜੀ ਇੱਕ ਉੱਚੇ ਟਿੱਬੇ ਉੱਤੇ ਬੈਠ ਗਏ ਅਤੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਮੇਲੇ ਦੇ ਲੋਕ ਹੁਮ-ਹੁਮਾ ਕੇ ਆਉਣ ਲੱਗੇ। ਸਿੱਧਾਂ ਵਾਸਤੇ ਲਿਆਂਦੀਆਂ ਹੋਈਆਂ ਭੇਟਾਂ ਆਪ ਜੀ ਦੇ ਅਰਪਣ ਹੋਣ ਲੱਗੀਆਂ। ਇਸ ਤਰ੍ਹਾਂ ਆਪ ਜੀ ਪਾਸ ਬਹੁਤ ਸੰਗਤਾਂ ਦੀ ਭੀੜ ਹੋ ਗਈ ਅਤੇ ਖੜ੍ਹੇ ਹੋਣ ਵਾਸਤੇ ਵੀ ਥਾਂ ਨਾ ਰਹੀ। ਜਦ ਸਿੱਧਾਂ ਵੱਲ ਕੋਈ ਨਾ ਗਿਆ ਤਾਂ ਉਹਨਾਂ ਨੇ ਮਨ ਵਿੱਚ ਨਿਰਾਸ਼ ਹੋ ਕੇ ਸਲਾਹ ਕੀਤੀ, ਜੇਕਰ ਇਹਨਾਂ ਨੂੰ ਹੁਣ ਹੌਲਾ ਨਾ ਕੀਤਾ ਤਾਂ ਇਹਨਾਂ ਦੀ ਚੜ੍ਹ ਮੱਚ ਜਾਏਗੀ ਤੇ ਸਾਡੀ ਮਾਨਤਾ ਘਟ ਜਾਏਗੀ। ਇਸ ਭਾਰੀ ਇਕੱਠ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਸ਼ਰਮਿੰਦਾ ਕਰਨ ਲਈ ਸਾਨੂੰ ਪੂਰਾ ਯਤਨ ਕਰਨਾ ਚਾਹੀਦਾ ਹੈ। ਆਪਣੀ ਸ਼ਕਤੀ ਵਿਖਾਈਏ ਅਤੇ ਚਰਚਾ ਕਰਕੇ ਸਭ ਦੇ ਸਾਹਮਣੇ ਇਹਨਾਂ ਦਾ ਮਾਣ ਦੂਰ ਕਰੀਏ। ਸਾਰੇ ਸਿੱਧ ਇਹ ਸਲਾਹ ਕਰਕੇ ਗੁਰੂ ਜੀ ਪਾਸ ਆ ਗਏ। ਗੁਰੂ ਜੀ ਪਾਸ ਬਹੁਤ ਲੋਕਾਂ ਦੀ ਭੀੜ ਸੀ, ਖੜ੍ਹੇ ਹੋਣ ਨੂੰ ਕੋਈ ਥਾਂ ਨਹੀਂ ਸੀ। ਰੁਪਏ ਪੈਸੇ ਦੇ ਚੜ੍ਹਾਵੇ ਦੀ ਵਰਖਾ ਹੋ ਰਹੀ ਸੀ। ਗੁਰੂ ਜੀ ਦੀ ਇਸ ਤਰ੍ਹਾਂ ਹੁੰਦੀ ਮਹਿਮਾ ਨੂੰ ਵੇਖ ਕੇ ਸਿੱਧ ਬੜੇ ਖੁਨਸਾਏ। ਈਰਖਾ ਕਰਕੇ ਮੇਲੇ ਨੂੰ ਉਜਾੜਨ ਵਾਸਤੇ ਉਹਨਾਂ ਨੇ ਰਾਸਧਾਰੀਆਂ ਦਾ ਰੁਪਏ ਪੈਸਿਆਂ ਨਾਲ ਭਰਿਆ ਹੋਇਆ ਲੋਟਾ ਭੰਗਰਨਾਥ ਨੇ ਕਿਤੇ ਲੁਕਾ ਦਿੱਤਾ। ਜਦ ਰਾਸਧਾਰੀਆਂ ਨੇ ਲੋਟਾ ਨਾ ਵੇਖਿਆ ਤਾਂ ਉਹਨਾਂ ਨੂੰ ਸਭ ਕੁਝ ਨੱਚਣਾ ਟੱਪਣਾ ਭੁੱਲ ਗਿਆ ਤੇ ਲੋਟੇ ਦੀ ਪੁੱਛਗਿੱਛ ਕਰਨ ਲੱਗ ਪਏ ਕਿ ਕਿਸ ਨੇ ਲਿਆ ਹੈ। ਗੁਰੂ ਜੀ ਨੇ ਆਪਣੀ ਅੰਤਰ ਆਤਮਾ ਨਾਲ ਵੇਖਿਆ ਕਿ ਸਿੱਧਾਂ ਨੇ ਲੋਟਾ 200 ਕੋਹਾਂ ਤੇ ਆਪਣੀ ਸ਼ਕਤੀ ਨਾਲ ਆਕਾਸ਼ ਵਿੱਚ ਟਿਕਾਇਆ ਹੋਇਆ ਹੈ। ਤਦ ਗੁਰੂ ਜੀ ਨੇ ਆਪਣਾ ਹੱਥ ਉੱਚਾ ਕਰਕੇ ਲੋਟੇ ਨੂੰ ਫੜ ਕੇ ਰਾਸਧਾਰੀਆਂ ਨੂੰ ਲਿਆ ਦਿੱਤਾ। ਆਪ ਜੀ ਦੀ ਇਸ ਸ਼ਕਤੀ ਨੂੰ ਵੇਖ ਕੇ ਸਿੱਧ ਬੜੇ ਗੁੱਸੇ ਨਾਲ ਗੁਰੂ ਜੀ ਪਾਸ ਚਰਚਾ ਕਰਨ ਵਾਸਤੇ ਆ ਗਏ। ਭੰਗਰਨਾਥ ਨੇ ਕਿਹਾ, ਤੁਸਾਂ ਗਿਆਨ ਦੀ ਕੋਈ ਰੀਤੀ ਨਹੀਂ ਜਾਣੀ। ਦੁੱਧ ਵਿੱਚ ਕਾਂਜੀ ਪਾ ਕੇ ਉਸ ਨੂੰ ਖਰਾਬ ਕਰ ਦਿੱਤਾ ਹੈ। ਹੁਣ ਉਸ ਦੁੱਧ ਵਿੱਚੋਂ ਮੱਖਣ ਕਿਸ ਤਰ੍ਹਾਂ ਨਿਕਲੇਗਾ? ਪਹਿਲਾਂ ਤੁਸੀਂ ਪਰਿਵਾਰ ਨੂੰ ਤਿਆਗ ਕੇ ਉਦਾਸੀ ਹੋ ਕੇ ਫਿਰਦੇ ਰਹੇ, ਦੁਨੀਆ ਨੂੰ ਉਪਦੇਸ਼ ਕਰਦੇ ਰਹੇ, ਪਰ ਹੁਣ ਫੇਰ ਗ੍ਰਹਿਸਥੀ ਬਾਣਾ ਧਾਰਨ ਕਰ ਲਿਆ ਹੈ ਤੇ ਇਸਤਰੀ ਪੁੱਤਰਾਂ ਵਿੱਚ ਵੱਡ ਪਰਿਵਾਰੀ ਬਣ ਕੇ ਬੈਠ ਗਏ ਹੋ। ਗ੍ਰਹਿਸਥ ਵਿੱਚ ਫਸ ਕੇ ਉਧਾਰ ਨਹੀਂ ਹੋ ਸਕਦਾ। ਗੁਰੂ ਜੀ ਨੇ ਇਹ ਗੱਲਾਂ ਸੁਣ ਕੇ ਭੰਗਰਨਾਥ ਨੂੰ ਕਿਹਾ, ਤੂੰ ਤੱਤ ਨਹੀਂ ਜਾਣਿਆ, ਅਣਜਾਣ ਹੀ ਰਿਹਾ ਹੈ। ਤੇਰੀ ਮਾਂ ਕੁਚੱਜੀ ਸੀ, ਜਿਸ ਨੂੰ ਭਾਂਡਾ ਧੋਣ ਦੀ ਜਾਂਚ ਨਹੀਂ ਸੀ, ਜਿਸ ਕਰਕੇ ਦੁੱਧ ਫਿੱਟ ਗਿਆ ਤੇ ਮੱਖਣ ਨਹੀਂ ਆਇਆ। ਤੂੰ ਗ੍ਰਹਿਸਥ ਨੂੰ ਤਿਆਗ ਕੇ ਅਤੀਤ ਹੋ ਗਿਆ, ਪਰ ਭੋਜਨ ਮੰਗਣ ਵਾਸਤੇ ਫਿਰ ਗ੍ਰਹਿਸਥੀਆਂ ਦੇ ਘਰਾਂ ਵਿੱਚ ਹੀ ਮੰਗਦੇ ਫਿਰਦੇ ਸ਼ਰਮ ਨਹੀਂ ਕਰਦੇ। ਆਪ ਜੀ ਦੇ ਇਹ ਬਚਨ ਸੁਣ ਕੇ ਸ਼ੰਭੂ ਨਾਥ ਸਿੱਧ ਨੇ ਕਿਹਾ, ਤੁਸੀਂ ਜਗਤ ਨੂੰ ਸ਼ਕਤੀ ਦਿਖਾਉਂਦੇ ਰਹੇ ਹੋ, ਕੁਝ ਸਾਨੂੰ ਵੀ ਦੱਸੋ, ਜਾਂ ਤੁਸੀਂ ਲੁਕੋ ਕੇ ਅਸੀਂ ਲੱਭਦੇ ਹਾਂ, ਨਹੀਂ ਤਾਂ ਅਸੀਂ ਲੁਕਾਉਂਦੇ ਹਾਂ, ਤੁਸੀਂ ਲੱਭਣਾ। ਗੁਰੂ ਜੀ ਨੇ ਕਿਹਾ, ਜੇ ਤੁਸੀਂ ਆਪਣੀ ਸ਼ਕਤੀ ਦਿਖਾਉਣਾ ਚਾਹੁੰਦੇ ਹੋ ਤਾਂ ਜਿੱਥੇ ਤੁਹਾਡੀ ਇੱਛਾ ਹੈ ਲੁਕ ਜਾਓ। ਇਹ ਗੱਲ ਸੁਣ ਕੇ ਕੋਈ ਸਿੱਧ ਪੂਰਬ ਦਿਸ਼ਾ ਵਿੱਚ, ਕੋਈ ਪੱਛਮ ਵਿੱਚ, ਕੋਈ ਉੱਤਰ ਤੇ ਕੋਈ ਦੱਖਣ ਵਿੱਚ ਜਾ ਲੁਕਿਆ। ਕੋਈ ਆਕਾਸ਼ ਤੇ ਕਈ ਪਤਾਲ ਆਦਿ 10 ਦਿਸ਼ਾ ਵਿੱਚ ਜਾ ਲੁਕੇ। ਗੁਰੂ ਜੀ ਨੇ ਜਿਤਨੇ ਸਿੱਧ ਲੁਕੇ ਸਨ ਉਤਨੇ ਹੀ ਸਰੂਪ ਧਾਰਨ ਕਰਕੇ ਸਭ ਨੂੰ ਚੋਟੀ ਤੋਂ ਫੜ ਕੇ ਆਪਣੇ ਟਿਕਾਣੇ 'ਤੇ ਲੈ ਆਂਦਾ। ਸਿੱਧ ਇਹ ਕੌਤਕ ਵੇਖ ਕੇ ਬੜੇ ਸ਼ਰਮਿੰਦੇ ਹੋਏ ਅਤੇ ਚੁੱਪ ਕਰਕੇ ਬੈਠ ਗਏ। ਤਦ ਗੁਰੂ ਜੀ ਨੇ ਕਿਹਾ, ਹੁਣ ਅਸੀਂ ਲੁਕਦੇ ਹਾਂ, ਤੁਸਾਂ ਲੱਭਣਾ।
ਪਰ ਜੇ ਸਾਨੂੰ ਲੱਭ ਨਾ ਸਕੋ ਤਾਂ ਟਕਾ ਰੱਖ ਕੇ ਅਰਦਾਸ ਕਰਨੀ ਅਤੇ ਧਰਤੀ ਉੱਤੇ ਸੀਸ ਰੱਖ ਕੇ ਮੱਥਾ ਟੇਕਣਾ, ਅਸੀਂ ਤਤਕਾਲ ਹੀ ਦਰਸ਼ਨ ਦੇ ਦਿਆਂਗੇ। ਇਹ ਸੁਝਾਅ ਦੇ ਕੇ ਗੁਰੂ ਜੀ ਨੇ ਆਪਣੇ ਸਰੀਰ ਦੇ 5 ਤੱਤ ਪ੍ਰਿਥਵੀ, ਅਗਨੀ, ਪੌਣ, ਪਾਣੀ ਤੇ ਆਕਾਸ਼ 5 ਤੱਤਾਂ ਵਿੱਚ ਮੇਲ ਦਿੱਤੇ। ਉਪਰੰਤ ਸਿੱਧ ਸਾਰੇ ਪ੍ਰਿਥਵੀ, ਆਕਾਸ਼ ਤੇ ਪਤਾਲ ਦੇ ਕੋਨੇ-ਕੋਨੇ ਵਿੱਚ ਲੱਭ ਥੱਕੇ, ਪਰ ਗੁਰੂ ਜੀ ਨੂੰ ਲੱਭ ਨਾ ਸਕੇ। ਤਦ ਹਾਰ ਥੱਕ ਕੇ ਉਹਨਾਂ ਨੇ ਇਕੱਠੇ ਹੋ ਕੇ ਜਦ ਇੱਕ ਟਕਾ ਰੱਖ ਕੇ ਅਰਦਾਸ ਕਰਕੇ ਮੱਥਾ ਟੇਕਿਆ ਤਾਂ ਗੁਰੂ ਜੀ ਆਸਨ ਤੇ ਬਿਰਾਜਮਾਨ ਹੋ ਕੇ ਦਰਸ਼ਨ ਦੇ ਰਹੇ ਸਨ। ਸਿੱਧ ਬੜੇ ਸ਼ਰਮਿੰਦੇ ਹੋ ਕੇ ਕੁਝ ਬੋਲ ਨਾ ਸਕੇ ਅਤੇ ਹੋਰ ਕੁਝ ਸ਼ਕਤੀਆਂ ਵਿਖਾਉਣ ਲਈ ਅਨੇਕਾਂ ਰੂਪ ਧਾਰਨ ਕਰ ਲਏ। ਕੋਈ ਸ਼ੇਰ ਬਣ ਗਿਆ, ਕੋਈ ਅੱਗ ਦੇ ਅੰਗਿਆਰ ਖਾਣ ਲੱਗਾ, ਕੋਈ ਮਿਰਗਾਨੀ ਨੂੰ ਲੈ ਕੇ ਆਕਾਸ਼ ਵਿੱਚ ਉਡਾਈ ਫਿਰੇ, ਕੋਈ ਅਜਗਰ ਸੱਪ ਬਣ ਕੇ ਫੁੰਕਾਰੇ ਮਾਰਦਾ ਫਿਰਨ ਲੱਗਾ। ਕਿਸੇ ਨੇ ਆਪਣਾ ਭਿਆਨਕ ਰੂਪ ਧਾਰ ਲਿਆ, ਕੋਈ ਅੱਗ ਦੇ ਅੰਗਾਰ ਫੜ ਕੇ ਆਕਾਸ਼ ਵਿੱਚ ਉੱਡਣ ਲੱਗਾ, ਕਈ ਆਕਾਸ਼ ਵਿੱਚ ਚੜ੍ਹ ਕੇ ਕਿਲਕਾਰੀਆਂ ਮਾਰਨ ਲੱਗੇ ਅਤੇ ਧਰਤੀ ਉੱਤੇ ਅੱਗ ਦਾ ਮੀਂਹ ਵਰਸਾਉਣ ਲੱਗੇ। ਇਹ ਕੌਤਕ ਵੇਖ ਕੇ ਮੇਲੇ ਦੇ ਲੋਕ ਬੜੇ ਡਰ ਗਏ ਅਤੇ ਇੱਧਰ ਉੱਧਰ ਭੱਜਣ ਲੱਗੇ। ਤਦ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਅਜਿੱਤੇ ਨੂੰ ਆਖਿਆ ਕਿ ਸਭ ਆਦਮੀਆਂ ਦੇ ਚੁਫੇਰੇ ਵਾਹਿਗੁਰੂ ਆਖ ਕੇ ਲਕੀਰ ਖਿੱਚ ਦੇ। ਅਜਿੱਤੇ ਨੇ ਹੁਕਮ ਮੰਨ ਕੇ ਲਕੀਰ ਖਿੱਚ ਦਿੱਤੀ ਅਤੇ ਆਪ ਸਰੋਵਰ ਦੇ ਪਾਣੀ ਉੱਤੇ ਆਪਣੀ ਚਾਦਰ ਖਿੰਡਾਰ ਕੇ ਉੱਪਰ ਬੈਠ ਗਿਆ ਅਤੇ ਸਰੋਵਰ ਵਿੱਚ ਮਰੇ ਹੋਏ ਪੰਛੀਆਂ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਜਿਉਂਦੇ ਕਰਕੇ ਉਡਾਈ ਜਾਣ ਲੱਗਾ। ਇਹ ਕੌਤਕ ਵੇਖਣ ਵਾਸਤੇ ਬਹੁਤ ਲੋਕ ਇਕੱਠੇ ਹੋ ਕੇ ਇੱਧਰ ਗੁਰੂ ਜੀ ਨੇ ਅਜਿੱਤੇ ਪਾਸੋਂ ਜਿਹੜੀ ਲਕੀਰ ਖਿਚਵਾਈ ਸੀ ਉਹਦੇ ਕਾਰਨ ਸਿੱਧ ਉਸ ਦੇ ਅੰਦਰ ਗੁਰੂ ਜੀ ਪਾਸ ਨਹੀਂ ਜਾ ਸਕਦੇ। ਬਾਹਰ ਹੀ ਭਿਆਨਕ ਰੂਪ ਧਾਰ ਕੇ ਲੋਕਾਂ ਨੂੰ ਵਿਖਾ ਰਹੇ ਸਨ। ਤਾਂ ਜਦ ਗੁਰੂ ਜੀ ਨੇ ਵੇਖਿਆ ਕਿ ਇਹ ਅਜੇ ਵੀ ਸ਼ਰਾਰਤਾਂ ਤੋਂ ਨਹੀਂ ਟਲਦੇ ਤਾਂ ਆਪ ਜੀ ਨੇ ਉਹਨਾਂ ਵੱਲ ਨਜ਼ਰ ਭਰ ਕੇ ਵੇਖਿਆ ਅਤੇ ਉਹਨਾਂ ਦੀ ਸਾਰੀ ਸ਼ਕਤੀ ਖਿੱਚ ਲਈ। ਜਦ ਸਿੱਧਾਂ ਨੇ ਆਪਣੇ ਆਪ ਨੂੰ ਸ਼ਕਤੀਹੀਨ ਵੇਖਿਆ ਤਾਂ ਸ਼ਰਮਿੰਦੇ ਹੋ ਕੇ ਬੈਠ ਗਏ। ਸਿੱਧਾਂ ਦੀ ਇਹ ਦਸ਼ਾ ਵੇਖ ਕੇ ਮੰਗਲਨਾਥ ਤੇ ਪ੍ਰਾਣਨਾਥ ਸਿੱਧ ਜੋ ਗੁਰੂ ਜੀ ਦੇ ਸ਼ਰਧਾਲੂ ਸਨ ਪ੍ਰਸੰਨ ਹੋਏ ਕਿ ਇਹਨਾਂ ਸਾਡਾ ਕਹਿਆ ਨਹੀਂ ਸੀ ਮੰਨਿਆ ਤੇ ਖੁੰਬ ਠਪਾ ਕੇ ਬੈਠੇ ਹਨ। ਸਿੱਧ ਗੋਸ਼ਟ ਨਾਮ ਮਹਾਤਮ। ਭਾਈ ਬਾਲਾ ਕਹਿਣ ਲੱਗਾ, ਸੱਚੇ ਪਾਤਸ਼ਾਹ ਗੁਰੂ ਅੰਗਦ ਜੀ ਉਸ ਸਮੇਂ ਸਿੱਧ ਗੁਰੂ ਜੀ ਪਾਸ ਬੈਠੇ ਸਨ ਜਦ ਅਜਿੱਤਾ ਮੋਏ ਹੋਏ ਪੰਛੀਆਂ ਨੂੰ ਜਿੰਦਾ ਕਰ ਰਿਹਾ ਸੀ। ਲੋਕ ਤਮਾਸ਼ਾ ਵੇਖਣ ਵਾਸਤੇ ਇਕੱਠੇ ਹੋਏ ਸਨ। ਗੁਰੂ ਜੀ ਨੇ ਪੁੱਛਿਆ, ਇਹ ਪੰਛੀ ਕੌਣ ਜਿਵਾ ਰਿਹਾ ਹੈ? ਪਾਣੀ ਉੱਤੇ ਕੱਪੜਾ ਵਿਛਾ ਕੇ ਬੈਠਾ ਆਪਣਾ ਮਾਣ ਵਧਾਉਣ ਵਾਸਤੇ ਪੰਛੀ ਜਿੰਦਾ ਕਰ ਰਿਹਾ ਹੈ, ਇਹ ਕੌਣ ਹੈ? ਸਿੱਧਾ ਨੇ ਕਿਹਾ, ਤੁਹਾਡਾ ਚੇਲਾ ਹੈ ਜੋ ਆਪਣੀ ਸ਼ਕਤੀ ਦਿਖਾ ਰਿਹਾ ਹੈ। ਤਦ ਗੁਰੂ ਜੀ ਨੇ ਇੱਕ ਆਦਮੀ ਨੂੰ ਭੇਜ ਕੇ ਅਜਿੱਤੇ ਨੂੰ ਸੱਦ ਕੇ ਉਸ ਵੱਲ ਵੇਖ ਕੇ ਉਸ ਦੀ ਸਾਰੀ ਸ਼ਕਤੀ ਖਿੱਚ ਲਈ। ਅਜਿੱਤਾ ਮਨ ਮੁਰਝਾਏ ਨਾਲ ਦੀਨ ਹੋ ਕੇ ਆਪ ਜੀ ਪਾਸ ਬੈਠ ਗਿਆ। ਗੁਰੂ ਜੀ ਚੁੱਪ ਕਰਕੇ ਬੈਠੇ ਹੋਏ ਸੀ ਕਿ ਸਿੱਖ ਆਪਣਾ 12 ਸਾਲ ਦਾ ਲੜਕਾ ਲੈ ਕੇ ਆ ਗਿਆ। ਨਮਸਕਾਰ ਕੇ ਉਸ ਨੇ ਬੇਨਤੀ ਕੀਤੀ ਕਿ ਇਹ ਲੜਕਾ ਤੁਹਾਡੀ ਸੁਖਣਾ ਦਾ ਹੈ, ਇਸ ਨੂੰ ਸੰਭਾਲ ਲਵੋ। ਮੇਰੇ ਘਰ ਸੰਤਾਨ ਨਹੀਂ ਹੁੰਦੀ ਸੀ ਤੇ ਮੈਂ ਸੁਖਣਾ ਸੁਖੀ ਸੀ ਕਿ ਜੇ ਮੇਰੇ ਘਰ ਲੜਕਾ ਹੋਵੇਗਾ ਤਾਂ ਉਸ ਨੂੰ ਮੈਂ ਤੁਹਾਡੀ ਭੇਟਾ ਕਰਾਂਗਾ। ਇਹ ਗੱਲ ਸੁਣ ਕੇ ਗੁਰੂ ਜੀ ਨੇ ਲੱਕੜਾਂ ਮੰਗਵਾ ਕੇ ਆਖਿਆ, ਹੇ ਬਾਲਕ, ਇਸ ਅੱਗ ਵਿੱਚ ਬੈਠ ਜਾਵੋ। ਸਾਰੇ ਲੋਕ ਇਹ ਗੱਲ ਸੁਣ ਕੇ ਬੜੇ ਹੈਰਾਨ ਹੋਏ ਕਿ ਗੁਰੂ ਜੀ ਇਹ ਕੀ ਖੇਲ ਕਰ ਰਹੇ ਹਨ। ਤਰਖਾਣ ਦੇ ਘਰ ਇੱਕੋ ਇੱਕ ਲੜਕਾ ਹੋਇਆ ਹੈ, ਉਸ ਨੇ ਇਹ ਉਹਨਾਂ ਦੀ ਭੇਟਾ ਕਰ ਦਿੱਤਾ ਹੈ ਤੇ ਇਹ ਇਸ ਨੂੰ ਅੱਗ ਵਿੱਚ ਪਾ ਰਹੇ ਹਨ। ਇਹ ਬੜੀ ਅਸਚਰਜ ਗੱਲ ਹੈ। ਇੱਧਰ ਲੜਕੇ ਨੂੰ ਜਦ ਗੁਰੂ ਜੀ ਨੇ ਆਗਿਆ ਦਿੱਤੀ ਤਾਂ ਉਸ ਨੇ ਬੜੇ ਉਤਸ਼ਾਹ ਨਾਲ ਅੱਗ ਵਿੱਚ ਛਾਲ ਮਾਰ ਦਿੱਤੀ ਅਤੇ ਅਡੋਲ ਹੋ ਕੇ ਸਵਾ ਪਹਿਰ ਬੈਠਾ ਰਿਹਾ। ਅੱਗ ਦਾ ਸੇਕ ਲੜਕੇ ਨੂੰ ਰਤਾ ਭਰ ਵੀ ਨਾ ਲੱਗਾ। ਗੁਰੂ ਜੀ ਉਸ ਲੜਕੇ ਉੱਤੇ ਬਹੁਤ ਪ੍ਰਸੰਨ ਹੋਏ ਅਤੇ ਕਿਹਾ, ਦੋਹਰਾ ਜਨਮ ਮਰਨ ਤੇ ਰਹਿਤ ਭਾ ਟੁੱਟ ਗਏ ਜਮਜਾਲ, ਨਿਕਸਹਿ ਆਵੇ ਵਹਿਰ ਕੋ ਅਬ ਤੇ ਸਦਾ ਨਿਹਾਲ। ਇਹ ਬਚਨ ਸੁਣਦੇ ਸਾਰ ਹੀ ਲੜਕੇ ਦੇ ਕਪਾਟ ਖੁੱਲ੍ਹ ਗਏ। ਉਸ ਦੇ ਭਰਮ ਦੇ ਪਰਦੇ ਟੁੱਟ ਗਏ ਅਤੇ 3 ਕਾਲ ਦ੍ਰਿਸ਼ਟੀ ਵਾਲਾ ਹੋ ਗਿਆ। ਗੁਰੂ ਜੀ ਨੇ ਕਿਹਾ, ਜੋ ਇੱਛਾ ਹੈ ਮੰਗ ਲੈ। ਪਰ ਬਾਲਕ ਨੇ ਹੱਥ ਜੋੜ ਕੇ ਕਿਹਾ ਕਿ ਇਹ ਤੁਹਾਡੇ ਪਾਸ ਜੋ ਸਿੱਧ ਬੈਠੇ ਹਨ ਇਹਨਾਂ ਨੂੰ ਇਹਨਾਂ ਦੀ ਸ਼ਕਤੀ ਦੇ ਦਿਓ। ਗੁਰੂ ਜੀ ਨੇ ਕਿਹਾ, ਤੇਰਾ ਬਚਨ ਮੋੜਿਆ ਨਹੀਂ ਜਾਂਦਾ। ਜੇ ਇਸ ਤਰ੍ਹਾਂ ਇਹ ਪਹਿਲਾਂ ਸਨ ਹੁਣ ਵੈਸੇ ਹੀ ਹੋ ਜਾਣਗੇ। ਜਦ ਸਿੱਧਾਂ ਨੂੰ ਸ਼ਕਤੀਆਂ ਪ੍ਰਾਪਤ ਹੋ ਗਈਆਂ ਤਾਂ ਕਹਿਣ ਲੱਗੇ ਕਿ ਇਹ ਬਾਲਕ ਬੜਾ ਪਰ ਉਪਕਾਰੀ ਹੈ, ਇਸ ਨੇ ਸਾਨੂੰ ਸਾਰੇ ਸਿੱਧਾਂ ਨੂੰ ਬਖਸ਼ਵਾ ਲਿਆ ਹੈ। ਧੰਨ ਗੁਰੂ ਨਾਨਕ ਹੈ, ਧੰਨ ਇਹਨਾਂ ਦੇ ਸਿੱਖ ਹਨ ਜੋ ਸਭ ਕੁਝ ਪਰ ਉਪਕਾਰ ਵਾਸਤੇ ਕਰਦੇ ਹਨ। ਇਸ ਤਰ੍ਹਾਂ ਗੁਰੂ ਜੀ ਦੀ ਉਸਤਤੀ ਕਰਕੇ ਸਿੱਧਾਂ ਨੇ ਫਿਰ ਪੁੱਛਿਆ, ਮਹਾਰਾਜ ਤੁਹਾਡੇ ਵਿੱਚ ਕਿੰਨੀ ਕੁ ਸ਼ਕਤੀ ਹੈ?
ਗੁਰੂ ਜੀ ਨੇ ਕਿਹਾ, ਇਹ ਸਾਰੀ ਸਤਨਾਮ ਦੀ ਵਡਿਆਈ ਹੈ। ਜਿੱਡਾ ਵੱਡਾ ਉਹ ਸਾਹਿਬ ਏਕੰਕਾਰ ਹੈ, ਉਤਨੀ ਵੱਡੀ ਹੀ ਉਸ ਦੀ ਦਾਤ ਹੈ, ਜਿਸ ਦਾ ਪਾਰ ਨਹੀਂ ਪਾਇਆ ਜਾਂਦਾ। ਜਿਸ ਉੱਤੇ ਉਹ ਕਿਰਪਾ ਕਰਦਾ ਹੈ, ਉਸ ਨੂੰ ਨਾਮਦਾਨ ਦਿੰਦਾ ਹੈ, ਉਸ ਦਾ ਮਾਨ ਅਭਿਮਾਨ ਨਾਸ ਹੋ ਜਾਂਦਾ ਹੈ। ਉਪਰੰਤ ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ। ਸ਼ਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਵੇ ਘਰ ਬਾਧਾ ਭੋਜਨ ਸਾਰ ਕਰਾਈ, ਸਗਲੇ ਦੂਖ ਪਾਣੀ ਕਰ ਪੀਵਾ ਧਰਤੀ ਹਾਕ ਚਲਾਈ। ਧਰ ਤਾਰਾ ਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਏ ਵਡ ਵੱਧਾ ਮਾਵਾ ਨਾਹੀ ਸਭਸੇ ਨੱਥ ਚਲਾਈ। ਏਤਾ ਤਾਣ ਹੋਵੈ ਮਨ ਅੰਦਰ ਕਰੀ ਪੈ ਆਖ ਕਰਾਈ, ਜੇ ਵਡ ਸਾਹਿਬ ਤੇ ਵਡ ਦਾਤੀ ਦੇ ਦੇ ਕਰੇ ਰਜਾਈ। ਨਾਨਕ ਨਦਰ ਕਰੇ ਜਿਸ ਉੱਪਰ ਸਚ ਨਾਮ ਵਡਿਆਈ। ਭਾਵ, ਹੇ ਸਿੱਧ ਲੋਕੋ, ਜਿਸ ਉੱਤੇ ਵਾਹਿਗੁਰੂ ਕਿਰਪਾ ਕਰੇ ਉਸ ਨੂੰ ਸੱਚੇ ਨਾਮ ਦੀ ਵਡਿਆਈ ਦਿੰਦਾ ਹੈ। ਇਹ ਸਭ ਸ਼ਕਤੀਆਂ ਤੇ ਮਾਨ ਵਡਿਆਈਆਂ ਉਸ ਦੀਆਂ ਹੀ ਦਾਤਾਂ ਹਨ। ਇਹ ਸ਼ਲੋਕ ਸੁਣ ਕੇ ਸਾਰੇ ਸਿੱਧਾਂ ਨੇ ਨਮਸਕਾਰਾਂ ਕੀਤੀਆਂ, ਪਰ ਭੰਗਰਨਾਥ ਆਕੜਿਆ ਹੀ ਰਿਹਾ। ਉਸ ਨੇ ਸੀਸ ਨਾ ਨਿਵਾਇਆ ਅਤੇ ਹੰਕਾਰ ਨਾਲ ਕਹਿਣ ਲੱਗਾ, ਉਲਟੀ ਗੰਗਾ ਕਦੀ ਨਹੀਂ ਵਗੀ। ਅਸੀਂ ਸਿੱਧ ਹੋ ਕੇ ਇੱਕ ਗ੍ਰਹਿਸਤੀ ਅੱਗੇ ਮੱਥਾ ਟੇਕੀਏ। ਇਹ ਗੱਲ ਕਰਕੇ ਪੰਛੀ ਵਾਂਗ ਉਡਾਰੀ ਲਾ ਕੇ ਆਕਾਸ਼ ਵਿੱਚ ਚੜ੍ਹ ਗਿਆ। ਗੁਰੂ ਜੀ ਨੇ ਉਸ ਦਾ ਹੰਕਾਰ ਦੂਰ ਕਰਨ ਵਾਸਤੇ ਆਪਣੇ ਪੈਰ ਦੀ ਖੜਾਮ ਉਸ ਦੇ ਪਿੱਛੇ ਉਡਾ ਦਿੱਤੀ। ਉਹ ਭੰਗਰਨਾਥ ਦੇ ਸਿਰ ਵਿੱਚ ਸੱਟਾ ਮਾਰਨ ਲੱਗ ਪਈ। ਪੀੜ ਤੋਂ ਡਰਦਾ ਉਹ ਹੋਰ ਉੱਚਾ ਉੱਡ ਗਿਆ। ਤਦ ਖੜਾਮ ਉਸ ਤੋਂ ਵੀ ਉੱਚੀ ਹੋ ਕੇ ਉਸ ਦੇ ਸਿਰ ਵਿੱਚ ਵੱਜਣ ਲੱਗੀ। ਇਸ ਤਰ੍ਹਾਂ ਬਹੁਤ ਲਾਚਾਰ ਤੇ ਸ਼ਰਮਿੰਦਾ ਹੋ ਕੇ ਭੰਗਰਨਾਥ ਗੁਰੂ ਜੀ ਦੀ ਚਰਨੀ ਆਣ ਡਿੱਗਾ। ਤਦ ਗੋਰਖਨਾਥ ਨੇ ਕਿਹਾ, ਭੰਗਰਨਾਥ, ਤੂੰ ਇਸ ਤਰ੍ਹਾਂ ਕਰਵਾਏ ਤੋਂ ਬਿਨਾਂ ਨਹੀਂ ਰਹਿੰਦਾ ਸੀ। ਇਹ ਕਲਯੁਗ ਵਿੱਚ ਨਾਮ ਜਪਾਵਨ ਵਾਸਤੇ ਪੂਰਨ ਅਵਤਾਰ ਹੋ ਕੇ ਆਏ ਹਨ। ਇਹਨਾਂ ਅੱਗੇ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਇਹਨਾਂ ਨੂੰ ਨਮਸਕਾਰ ਕਰੋ, ਤੇਰਾ ਭਲਾ ਹੋਵੇ। ਉਪਰੰਤ ਗੋਰਖਨਾਥ ਨੇ ਗੁਰੂ ਜੀ ਨੂੰ ਪੁੱਛਿਆ, ਤਪਾ ਜੀ, ਕਾਲੀ ਕਾਲ ਅਰਥਾਤ ਮਾਤ ਲੋਕ ਦਾ ਕੀ ਵਰਤਾਰਾ ਵਿਹਾਰਕਾਰ ਹੈ? ਗੁਰੂ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ। ਸਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ, ਬਿਉ ਬੀਜ ਪਤ ਲੈ ਗਏ ਅਬ ਕਿਉ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤ ਹੋਏ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨ ਸੋਏ। ਭੈ ਵਿੱਚ ਖੁੰਭ ਚੜਾਈਏ ਸਰਮ ਪਹਾ ਤਨ ਹੋਏ, ਨਾਨਕ ਭਗਤੀ ਜੇ ਰਪੇ ਕੂੜੇ ਸੋਈ ਨ ਕੋਏ। ਸ਼ਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਏ ਆਧੇਰੇ ਰਾਹ ਨ ਕੋਈ, ਵਿੱਚ ਹਉਮੈ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਧ ਰਤ ਹੋਈ। ਸ਼ਲੋਕ ਮਹੱਲਾ ਪਹਿਲਾ। ਸਤੀ ਪਾਪ ਕਰ ਸਤ ਕਮਾਹਾ, ਗੁਰ ਦੀਖਿਆ ਕਰ ਦੇਵਨ ਜਾਹਾ। ਇਸਤਰੀ ਪੁਰਖੇ ਖਟਿਆ ਪਾਓ, ਭਾਵੇ ਆਵੋ ਭਾਵੇ ਜਾਓ। ਸਾਸਤ ਵੇਦ ਨਾ ਮਾਨੇ ਕੋਏ, ਆਪੋ ਆਪੇ ਪੂਜਾ ਹੋਏ। ਕਾਜੀ ਹੋਏ ਕੈ ਬਹੇ ਨਿਆਏ, ਫੇਰੇ ਤਸਬੀ ਕਰੇ ਖੁਦਾਏ। ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ੍ਹ ਸੁਣਾਏ। ਤੁਰਕ ਮੰਤਰ ਕਨ ਹਿਰਦੇ ਸਮਾਹਾ, ਲੋਕ ਮੁਹਾਵਹਿ ਝਾੜੀ ਖਾਹਾ। ਚੌਂਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖਹਿ ਕੋਏ। ਜੋਗੀ ਗਿਰਹਾ ਜਟਾ ਵਿਭੂਤ, ਆਗੇ ਪਾਛੇ ਰੋਵਹਿ ਪੂਤ। ਜੋਗ ਨਾ ਪਾਇਆ ਜੁਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਨਾਨਕ ਕਲ ਕਾ ਇਹ ਪ੍ਰਵਾਨ, ਆਪੇ ਆਖਣ ਆਪੇ ਜਾਣ। ਇਸ ਤੋਂ ਉਪਰੰਤ ਗੁਰੂ ਜੀ ਨੇ ਸਿੱਧ ਗੋਸ਼ਟ ਕਰਕੇ ਸਿੱਧਾਂ ਦੀ ਦਵੈਤ ਭਾਵਨਾ ਦੂਰ ਕੀਤੀ। ਸਿੱਧਾਂ ਨੇ ਇਹ ਸੱਤ ਦੇ ਬਚਨ ਸੁਣ ਕੇ ਨਮਸਕਾਰ ਕੀਤੀ ਅਤੇ ਆਦੇਸ਼ ਕਰਦੇ ਹੋਏ ਵਿਦਾ ਹੋ ਗਏ। ਉਪਰੰਤ ਜਦ ਮੇਲਾ ਵਿਛੜਨ ਲੱਗਾ, ਲੋਕ ਆਪੋ ਆਪਣੇ ਘਰਾਂ ਨੂੰ ਜਾਣ ਲੱਗੇ ਤਾਂ ਤਰਖਾਣ ਦਾ ਪੁੱਤਰ ਗੁਰੂ ਜੀ ਦੇ ਚਰਨਾਂ 'ਤੇ ਪੈ ਗਿਆ। ਗੁਰੂ ਜੀ ਨੇ ਉਸ ਦੇ ਸਿਰ 'ਤੇ ਹੱਥ ਕਮਲ ਰੱਖ ਕੇ ਆਖਿਆ, ਸਤਨਾਮ ਦਾ ਜਾਪ ਕਰੋ ਅਤੇ ਉਸ ਨੂੰ ਸਰਬ ਵਿੱਚ ਰਮਿਆ ਹੋਇਆ ਵੇਖੋ। ਜੋ ਪੁਰਸ਼ ਤੈਨੂੰ ਮਿਲੇਗਾ ਉਹ ਵੀ ਮੁਕਤੀ ਪਾਵੇਗਾ। ਆਪਣੇ ਮਾਤਾ ਪਿਤਾ ਜੀ ਪਾਸ ਚਲੇ ਜਾਓ ਤੇ ਉਹਨਾਂ ਪਾਸ ਰਹੋ। ਗੁਰੂ ਜੀ ਦੀ ਆਗਿਆ ਪਾ ਕੇ ਉਹ ਬਾਲਕ ਚਲਿਆ ਗਿਆ ਅਤੇ ਗੁਰੂ ਜੀ ਵਾਪਸ ਕਰਤਾਰਪੁਰ ਆ ਗਏ। ਰਾਤ ਦਿਨ ਨਾਮ ਦਾਨ ਤੇ ਕੀਰਤਨ ਦਾ ਪ੍ਰਵਾਹ ਚੱਲਣ ਲੱਗਾ। ਮਾਲੋ ਸ਼ੇਖ। ਗੁਰੂ ਜੀ ਦੀ ਬਹੁਤ ਉਪਮਾ ਸੁਣ ਕੇ ਇੱਕ ਦਿਨ ਸ਼ੇਖ ਮਾਲੋ ਆਪ ਜੀ ਪਾਸ ਆਇਆ ਅਤੇ ਸਲਾਮ ਕਰਕੇ ਪਾਸ ਬੈਠ ਗਿਆ। ਪੁੱਛਿਆ, ਮਹਾਰਾਜ, ਹਿੰਦੂ ਵੱਡਾ ਕਿ ਤੁਰਕ?
ਦੋਹਾਂ ਵਿੱਚੋਂ ਕਿਹੜਾ ਮੱਤ ਚੰਗਾ ਹੈ। ਮਾਲੋ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਜਿਹੜੇ ਇਸ ਤਰ੍ਹਾਂ ਇੱਕ ਦੂਜੇ ਨੂੰ ਚੰਗਾ ਮੰਦਾ ਜਾਣਨਾ ਚਾਹੁੰਦੇ ਹਨ ਉਹ ਅਣਜਾਣ ਹਨ। ਉਹਨਾਂ ਦੇ ਮਨ ਵਿੱਚ ਦਵੈਤ ਹੈ, ਬੇਅਰਥ ਝਗੜੇ ਕਰਦੇ ਹਨ। ਇਹ ਬਚਨ ਸੁਣ ਕੇ ਸ਼ੇਖ ਮਾਲੋ ਸੜ ਗਿਆ। ਉਸ ਨੇ ਪੁੱਛਿਆ, ਜੇ ਹਿੰਦੂ ਤੁਰਕ ਦੋ ਨਹੀਂ ਤਾਂ ਫਿਰ ਖੁਦਾ ਨੇ ਵੱਖ-ਵੱਖ ਕਿਉਂ ਬਣਾਏ? ਇੱਕ ਖੁਦਾ ਤੇ ਦੂਜੇ ਰਾਮ ਦਾ ਨਾਮ ਲੈਂਦੇ ਹਨ। ਦੋਹਾਂ ਦੇ ਧਰਮ ਤੇ ਪੂਜਾ ਸਥਾਨ ਵੀ ਵੱਖ-ਵੱਖ ਹਨ। ਹਿੰਦੂ ਆਪਣਾ ਮਤ ਸਲਾਉਂਦੇ ਹਨ ਤੇ ਮੁਸਲਮਾਨ ਆਪਣਾ। ਜੇ ਦੋਵੇਂ ਇੱਕ ਹੁੰਦੇ ਤਾਂ ਵੱਖਰੇ ਪੰਨ ਦੇ ਝਗੜਿਆਂ ਵਿੱਚ ਕਿਉਂ ਪੈਂਦੇ ਹਨ? ਗੁਰੂ ਜੀ ਨੇ ਕਿਹਾ, ਭਗਤ ਕਬੀਰ ਜੀ ਇਸ ਭਰਮ ਭੇਦ ਨੂੰ ਮਿਟਾਉਣ ਵਾਸਤੇ ਕਿਹਾ ਹੈ। ਦੋਹਰਾ, ਇੱਕ ਮਾਟੀ ਇਕੱਠੇ ਕਰੇ ਏਕ ਜੋਤ ਸਭ ਮਹਾ, ਇੱਕ ਸੋ ਬਨਿਓ ਬਣਾਓ ਤਹੈ ਭਰਮਹਿ ਉਰ ਮਹਿ ਨਾਹ। ਭਾਵ ਸਭ ਸਰੀਰਾਂ ਦੀ ਇੱਕੋ ਮਿੱਟੀ ਹੈ ਅਤੇ ਸਭ ਵਿੱਚ ਇੱਕ ਜੋਤ ਜਗ ਰਹੀ ਹੈ। ਇੱਕੋ ਪਰਮਾਤਮਾ ਤੋਂ ਹੀ ਸਾਰੀ ਰਚਨਾ ਰਚੀ ਗਈ। ਮਨ ਵਿੱਚ ਕਿਸੇ ਦੂਸਰੇ ਦਾ ਭਰਮ ਨਾ ਕਰੋ। ਇਹ ਬਚਨ ਸੁਣ ਕੇ ਸ਼ੇਖ ਮਾਲੋ ਦਾ ਹਿੰਦੂ ਮੁਸਲਮਾਨ ਵਾਲਾ ਦਵੈਤ ਭਾਵ ਮਿਟ ਗਿਆ ਅਤੇ ਫਿਰ ਪੁੱਛਣ ਲੱਗਾ, ਮਹਾਰਾਜ, ਖੁਦਾ ਦੀ ਦਰਗਾਹ ਵਿੱਚ ਕਿਸ ਦਾ ਆਦਰ ਤੇ ਕਿਸ ਦਾ ਨਿਰਾਦਰ ਹੁੰਦਾ ਹੈ? ਗੁਰੂ ਜੀ ਨੇ ਕਿਹਾ, ਜਿਨ੍ਹਾਂ ਨੇ ਭਾਣਾ ਮੰਨਿਆ ਹੈ, ਮਨ ਦੀ ਦਵੈਤ ਭਾਵਨਾ ਦੂਰ ਕੀਤੀ ਹੈ ਅਤੇ ਨਾਮ ਜਪਿਆ ਹੈ, ਉਹਨਾਂ ਨੂੰ ਇੱਥੇ ਉੱਥੇ ਸਭ ਥਾਈਂ ਆਦਰ ਮਿਲਦਾ ਹੈ। ਸਤਿਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਸ਼ੇਖ ਮਾਲੋ ਆਪ ਜੀ ਦਾ ਮੁਰੀਦ ਹੋ ਗਿਆ ਅਤੇ ਬੜੇ ਪ੍ਰੇਮ ਨਾਲ ਕੁਝ ਦਿਨ ਆਪ ਜੀ ਪਾਸ ਸੇਵਾ ਕਰਕੇ ਆਪਣੇ ਘਰ ਨੂੰ ਚਲਿਆ ਗਿਆ ਅਤੇ ਗੁਰੂ ਜੀ ਦਾ ਉਪਦੇਸ਼ ਕਮਾਉਣ ਲੱਗਾ। ਉਬਾਰੇ ਖਾਂ ਪਠਾਣਾ ਦਾ ਪ੍ਰਸੰਗ। ਬਾਲਾ ਜੀ ਕਹਿਣ ਲੱਗਾ, ਹੇ ਸ਼੍ਰੀ ਗੁਰੂ ਅੰਗਦ ਜੀ, ਜਦ ਸ਼ੇਖ ਮਾਲੋ ਗੁਰੂ ਕਾ ਸਿੱਖ ਬਣ ਕੇ ਆਪਣੇ ਘਰ ਚਲਾ ਗਿਆ ਤਾਂ ਉਸ ਦਾ ਇੱਕ ਮਿੱਤਰ ਉਬਾਰੇ ਖਾਂ ਪਠਾਨ ਉਸ ਨੂੰ ਮਿਲਣ ਆਇਆ। ਸ਼ੇਖ ਮਾਲੋ ਆਪਣੇ ਮਿੱਤਰ ਪਾਸ ਗੁਰੂ ਜੀ ਦੀ ਉਸਤਤੀ ਕਰਕੇ ਕਹਿਣ ਲੱਗਾ ਕਿ ਉਬਾਰੇ ਖਾਂ ਗੁਰੂ ਨਾਨਕ ਤੇ ਆਪ ਖੁਦਾ ਹੀ ਹੈ, ਉਹਨਾਂ ਦੀ ਮਹਿਮਾ ਦਾ ਪਾਰਾਵਾਰ ਨਹੀਂ ਪਾਇਆ ਜਾਂਦਾ। ਗੁਰੂ ਜੀ ਦੀ ਉਸਤਤੀ ਸੁਣ ਕੇ ਉਬਾਰੇ ਖਾਂ ਗੁਰੂ ਜੀ ਨੂੰ ਮਿਲਣ ਆਇਆ ਅਤੇ ਉਸ ਨੇ ਵੀ ਆਣ ਕੇ ਗੁਰੂ ਜੀ ਅੱਗੇ ਉਹੀ ਪ੍ਰਸ਼ਨ ਕੀਤਾ ਕਿ ਹਿੰਦੂ ਮਤ ਚੰਗਾ ਹੈ ਕਿ ਮੁਸਲਮਾਨ? ਗੁਰੂ ਜੀ ਨੇ ਕਿਹਾ, ਇਹ ਦੋਵੇਂ ਪੱਖ 4 ਦਿਨਾਂ ਦੇ ਪ੍ਰਾਹੁਣੇ ਹਨ। ਸਰੀਰ ਮਿੱਟੀ ਵਿੱਚ ਮਿਲ ਜਾਂਦੇ ਹਨ ਤੇ ਫਿਰ ਨਾ ਕੋਈ ਹਿੰਦੂ ਹੁੰਦਾ ਹੈ ਤੇ ਨਾ ਮੁਸਲਮਾਨ। ਮੂਰਖ ਲੋਕ ਇਹ ਵਾਧੂ ਝਗੜਾ ਖੜੇ ਕਰ ਰੱਖਦੇ ਹਨ। ਐਸੇ ਲੋਕ ਨਰਕਾਂ ਨੂੰ ਜਾਂਦੇ ਹਨ। ਸੁੱਖ ਉਹਨਾਂ ਨੂੰ ਮਿਲਦਾ ਹੈ ਤੇ ਵੱਡੇ ਉਹੀ ਹਨ ਜਿਹੜੇ ਰੱਬ ਦੇ ਭਾਣੇ ਵਿੱਚ ਰਾਜੀ ਰਹਿੰਦੇ ਹਨ, ਪ੍ਰੇਮ ਭਗਤੀ ਕਰਦੇ ਤੇ ਨਾਮ ਸਿਮਰਨ ਕਰਦੇ ਹਨ। ਉਸ ਨੇ ਗੁਰੂ ਜੀ ਦੇ ਚਰਨਾਂ ਨਾਲ ਹੱਥਾਂ ਨੂੰ ਛੁਹਾ ਕੇ ਕਈ ਵਾਰ ਆਪਣੇ ਮੱਥੇ ਤੇ ਅੱਖਾਂ ਤੇ ਲਾਇਆ। ਇਸ ਤਰ੍ਹਾਂ ਕਰਨ ਨਾਲ ਉਬਾਰੇ ਖਾਂ ਨੂੰ ਆਪਣੇ ਸਰੂਪ ਦੀ ਲਖਤਾ ਹੋ ਗਈ ਅਤੇ ਉਸ ਦੇ ਮਨ ਦਾ ਭਰਮ ਨਾਸ ਹੋ ਗਿਆ। ਇਸ ਤਰ੍ਹਾਂ ਨਿਹਾਲ ਹੋ ਕੇ ਉਬਾਰੇ ਖਾਂ ਆਗਿਆ ਲੈ ਕੇ ਆਪਣੇ ਘਰ ਨੂੰ ਚਲਿਆ ਗਿਆ। ਅਦਰਹਿ ਖਾਨ ਉਪਰੰਤ ਉਬਾਰੇ ਖਾਂ ਇੱਕ ਫਕੀਰ ਅਦਰਹਿ ਖਾਂ ਨੂੰ ਜਾ ਮਿਲਿਆ ਅਤੇ ਸਲਾਮ ਦੁਆ ਕਰਕੇ ਉਸ ਦੇ ਪਾਸ ਬੈਠ ਕੇ ਜਦ ਗੁਰੂ ਨਾਨਕ ਜੀ ਦੀ ਬਹੁਤ ਉਸਤਤੀ ਕਰਨ ਲੱਗਾ ਤਾਂ ਅਦਰਹਿ ਖਾਨ ਨੇ ਕਿਹਾ, ਤੂੰ ਕਾਫਰ ਹੈ ਜਿਹੜਾ ਇੱਕ ਹਿੰਦੂ ਕਾਫਰ ਦੀ ਉਸਤਤੀ ਕਰਦਾ ਹੈ। ਮੈਂ ਉਸ ਨੂੰ ਕੱਲ੍ਹ ਹੀ ਉੱਥੋਂ ਜਿੱਥੇ ਉਹ ਬੈਠਾ ਹੈ ਉਠਾ ਦਿਆਂਗਾ। ਉਬਾਰੇ ਖਾਂ ਨੇ ਕਿਹਾ, ਉਹ ਤਾਂ ਖੁਦਾ ਦਾ ਰੂਪ ਹਨ, ਤੂੰ ਉਹਨਾਂ ਨੂੰ ਕਿਉਂ ਉਠਾਉਂਦਾ ਹੈ? ਉਹ ਹਿੰਦੂ ਤੁਰਕ ਦੋਹਾਂ ਤੋਂ ਨਿਆਰਾ ਆਪ ਖੁਦਾ ਹੈ। ਉਹਨਾਂ ਦੀ ਬਾਬਤ ਸਮਝ ਸੋਚ ਕੇ ਗੱਲ ਕਰੋ, ਨਹੀਂ ਤਾਂ ਪਛਤਾਓਗੇ। ਦੂਸਰੇ ਦਿਨ ਉਬਾਰੇ ਖਾਂ ਗੁਰੂ ਜੀ ਵਾਸਤੇ 16 ਗਜ ਕੱਪੜਾ ਲੈ ਕੇ ਭੇਟ ਕਰਨ ਗਿਆ। ਕੱਪੜਾ ਭੇਟਾ ਕਰਕੇ ਜਦ ਨਮਸਕਾਰ ਕਰਕੇ ਬੈਠ ਗਿਆ ਤਾਂ ਗੁਰੂ ਜੀ ਨੇ ਕਿਹਾ, ਉਬਾਰੇ ਖਾਂ, ਖੁਦਾ ਤੇਰਾ ਭਲਾ ਕਰੇ, ਨਾਮਦਾਨ ਬਖਸ਼ੇ। ਅਸੀਂ ਫਕੀਰ ਹਾਂ, ਸਾਨੂੰ ਐਸੇ ਵਧੀਆ ਕੱਪੜੇ ਪਹਿਨਣੇ ਸ਼ੋਭਦੇ ਨਹੀਂ। ਇਹ ਤੂੰ ਲੈ ਜਾ, ਤੇਰੇ ਵੱਲੋਂ ਪਹੁੰਚ ਗਿਆ ਹੈ। ਉਬਾਰੇ ਨੇ ਕਿਹਾ, ਗੁਰੂ ਜੀ, ਮੈਨੂੰ ਬਖਸ਼ ਰਹੇ ਹੋ ਕਿ ਮਾਰ ਰਹੇ ਹੋ? ਜੇ ਬਖਸ਼ਿਸ਼ ਕਰਦੇ ਹੋ ਤਾਂ ਇਸ ਨੂੰ ਪਹਿਨ ਲਵੋ ਅਤੇ ਮਾਰਨਾ ਚਾਹੁੰਦੇ ਹੋ ਮੈਨੂੰ ਵਾਪਸ ਕਰ ਦਿਓ। ਉਸ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਗੁਰੂ ਜੀ ਨੇ ਉਸ ਦੇ ਚਾਦਰੇ ਸਿਵਾ ਕੇ ਉੱਪਰ ਲੈ ਲਏ ਤੇ ਉਬਾਰੇ ਖਾਂ ਦੀ ਸ਼ਰਧਾ ਪੂਰਨ ਕਰ ਦਿੱਤੀ। ਉਪਰੰਤ ਗੁਰੂ ਜੀ ਨੇ ਪੁੱਛਿਆ, ਉਬਾਰੇ ਖਾਂ, ਅਦਰਹਿ ਖਾਨ ਤੈਨੂੰ ਸਾਡੀ ਬਾਬਤ ਕੀ ਕਹਿੰਦਾ ਹੈ? ਉਬਾਰੇ ਖਾਂ ਨੇ ਕਿਹਾ, ਗੁਰੂ ਜੀ, ਆਪ ਜਾਣੀ ਜਾਣ ਹੋ, ਮੈਂ ਕੁਝ ਕਹਿ ਨਹੀਂ ਸਕਦਾ, ਪਰ ਉਹ ਇੱਕ ਗੱਲ ਕਹਿੰਦਾ ਸੀ ਕਿ ਮੈਂ ਉਸ ਹਿੰਦੂ ਕਾਫਰ ਨੂੰ ਇੱਥੇ ਰਹਿਣ ਨਹੀਂ ਦਿਆਂਗਾ, ਇੱਥੋਂ ਉਠਾ ਦਿਆਂਗਾ। ਉਬਾਰੇ ਖਾਂ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਮੈਨੂੰ ਕਿਹਾ, ਚੱਲ ਬਾਲਾ, ਉਸ ਨੂੰ ਵੇਖੀਏ। ਜਦ ਗੁਰੂ ਜੀ ਉਬਾਰੇ ਖਾਂ ਨੂੰ ਨਾਲ ਲੈ ਕੇ ਗਏ ਤਾਂ ਅੱਗੋਂ ਅਦਰਹਿ ਖਾਨ ਬੜੇ ਸਤਿਕਾਰ ਨਾਲ ਉੱਠ ਕੇ ਮਿਲਿਆ ਅਤੇ ਕਹਿਣ ਲੱਗਾ, ਤਾਪਾ ਜੀ,
ਤੁਹਾਡੇ ਸੁੱਖ ਹੈ। ਗੁਰੂ ਜੀ ਨੇ ਕਿਹਾ, ਹੇ ਅਦਰਹਿ ਖਾਨ, ਹੈ ਤਾਂ ਸੁੱਖ ਪਰ ਸੁੱਖ ਨਾ ਸਮਝੋ। ਅਦਰੇ ਖਾਨ ਨੇ ਕਿਹਾ, ਮੈਂ ਤੁਹਾਡੀ ਗੱਲ ਨਹੀਂ ਸਮਝਿਆ, ਕਿਰਪਾ ਕਰਕੇ ਸਮਝਾ ਦਿਓ। ਗੁਰੂ ਜੀ ਕਿਹਾ, ਖਾਨ ਜੀ, ਹੋਰ ਤਾਂ ਸਭ ਤਰ੍ਹਾਂ ਸੁੱਖ ਹੈ, ਪਰ ਤੁਸਾਂ ਜੋ ਕਿਹਾ ਹੈ ਮੈਂ ਇੱਥੋਂ ਉਠਾ ਦਿਆਂਗਾ, ਇਸ ਕਰਕੇ ਸੁੱਖ ਨਹੀਂ ਹੈ। ਅਸਾਂ ਤੁਹਾਡਾ ਕਿਹੜਾ ਦੇਸ਼ ਜਾਂ ਧਨ ਖੋਹ ਲਿਆ, ਜਿਸ ਕਰਕੇ ਤੁਸੀਂ ਇਹ ਕਹਿੰਦੇ ਹੋ। ਜਿੱਥੋਂ ਸਾਨੂੰ ਉਠਾਉਣਾ ਚਾਹੁੰਦੇ ਹੋ ਉਹ ਜਗ੍ਹਾ ਲੈ ਲਵੋ। ਅਦਰਹਿ ਖਾਨ ਨੇ ਕਿਹਾ, ਇਹ ਗੱਲ ਕਿਸੇ ਨੇ ਤੁਹਾਨੂੰ ਝੂਠ ਹੀ ਕਹੀ ਹੈ। ਇਹ ਗੱਲ ਸੁਣ ਕੇ ਉਬਾਰੇ ਖਾਨ ਨੇ ਕਿਹਾ, ਇਹ ਗੱਲ ਤੂੰ ਮੇਰੇ ਪਾਸ ਕੀਤੀ ਸੀ, ਹੁਣ ਮੁੱਕਰਦਾ ਕਿਉਂ ਹੈ। ਤਦ ਅਦਰਹਿ ਖਾਨ ਨੇ ਕਿਹਾ, ਤੂੰ ਚੁੱਪ ਕਰਕੇ ਬੈਠਾ ਰਹੋ, ਮੈਂ ਤੇ ਤਪਾ ਜੀ ਆਪੇ ਆਪਸ ਵਿੱਚ ਸਮਝ ਲਵਾਂਗੇ। ਉਬਾਰੇ ਖਾਨ ਨੇ ਕਿਹਾ, ਮੇਰੇ ਇਹ ਪੀਰ ਹਨ, ਮੈਂ ਇਹਨਾਂ ਦੀ ਨਿੰਦਿਆ ਨਹੀਂ ਸੁਣ ਸਕਦਾ। ਜੋ ਤੂੰ ਪਹਿਲਾਂ ਕਿਹਾ ਹੁਣ ਇਹਨਾਂ ਦੇ ਸਾਹਮਣੇ ਕਹੋ। ਤਦ ਅਦਰਹਿ ਖਾਨ ਕ੍ਰੋਧ ਤੇ ਸ਼ਰਮਿੰਦਗੀ ਨਾਲ ਸੜ ਬਲ ਗਿਆ। ਫਿਰ ਢੀਠਾਂ ਦੇ ਤਾਣ ਪੁੱਛਣ ਲੱਗਾ, ਤੁਸਾਂ ਕਿਹੜਾ ਮਤ ਹਿੰਦੂ ਜਾਂ ਮੁਸਲਮਾਨ ਧਾਰਨ ਕੀਤਾ ਹੋਇਆ ਹੈ? ਦੋਹਾਂ ਵਿੱਚੋਂ ਕਿਹੜਾ ਵੱਡਾ ਮਤ ਹੈ? ਗੁਰੂ ਜੀ ਨੇ ਕਿਹਾ, ਇਹ ਹਿੰਦੂ ਮੁਸਲਮਾਨ ਦੋਵੇਂ ਪੱਖ ਅਸਾਂ ਛੱਡੇ ਹੋਏ ਹਨ। ਇਹ ਨਿਰਾ ਝਗੜਾ ਹੀ ਹਨ। ਆਪੋ ਆਪਣੀ ਵਡਿਆਈ ਵਾਸਤੇ ਮੂਰਖ ਲੋਕ ਵਿਅਰਥ ਝਗੜਦੇ ਰਹਿੰਦੇ ਹਨ। ਇਹ ਜਿਹੜੇ ਦਵੈਤ ਭਾਵ ਵਿੱਚ ਫਸੇ ਹੋਏ ਹਨ ਉਹਨਾਂ ਨੂੰ ਜਮ ਦਾ ਦੰਡ ਲੱਗੇਗਾ। ਐਸੇ ਰੋਗੀ ਪੱਖਪਾਤੀ ਲੋਕਾਂ ਨੂੰ ਕੋਈ ਸਿਆਣਾ ਜਰਾ ਰੂਪੀ ਪੂਰਾ ਗੁਰੂ ਨਹੀਂ ਮਿਲਦਾ। ਜੋ ਪੂਰਾ ਹਕੀਮ ਹੁੰਦਾ ਹੈ ਉਹ ਜੋਖਮ ਨੂੰ ਅੰਦਰੋਂ ਸਾਫ਼ ਕਰਕੇ ਫਿਰ ਉੱਪਰੋਂ ਮੇਲਦਾ ਹੈ। ਜੋ ਕੱਚਾ ਹਕੀਮ ਹੁੰਦਾ ਹੈ ਉਹ ਜ਼ਖਮ ਨੂੰ ਮਲਮ ਲਾ ਕੇ ਉੱਪਰੋਂ ਮੇਲ ਦਿੰਦਾ ਹੈ, ਪਰ ਅੰਦਰੋਂ ਸਾਫ਼ ਨਹੀਂ ਕਰਦਾ। ਇਸ ਤਰ੍ਹਾਂ ਹੀ ਪੂਰਨ ਗੁਰੂ ਪੁਰਸ਼ ਦੇ ਅੰਦਰੋਂ ਦਵੈਤ ਆਦਿਕ ਖੋਟ ਕੱਟ ਕੇ ਆਤਮ ਉਪਦੇਸ਼ ਦਿੰਦਾ ਹੈ, ਪਰ ਕੱਚਾ ਗੁਰੂ ਖੋਟੇ ਵਿਕਾਰਾਂ ਨੂੰ ਦੂਰ ਕੀਤੇ ਬਿਨਾਂ ਉਪਦੇਸ਼ ਦੇ ਦਿੰਦਾ ਹੈ, ਜਿਸ ਕਰਕੇ ਅੰਦਰੋਂ ਵਿਕਾਰਾਂ ਦਾ ਖੋਟ ਨਹੀਂ ਜਾਂਦਾ। ਅਦਰਹਿ ਖਾਂ ਨੇ ਕਿਹਾ, ਤਪਾ ਜੀ, ਤੁਸੀਂ ਕਿੱਡੇ ਕੁ ਵੱਡੇ ਹੋ ਜੋ ਦੋਹਾਂ ਪੱਖਾਂ ਨੂੰ ਨਜ਼ਰ ਹੇਠਾਂ ਨਹੀਂ ਲਿਆਉਂਦੇ। ਗੁਰੂ ਜੀ ਨੇ ਕਿਹਾ, ਸਾਡੀ ਨਜ਼ਰ ਅਕਾਲ ਪੁਰਖ ਵਿੱਚ ਮਗਨ ਰਹਿੰਦੀ ਹੈ। ਅਸਾਂ ਹੰਕਾਰ ਨੂੰ ਨਾਸ ਕਰਕੇ ਮਨ ਵਿੱਚ ਸ਼ਾਂਤੀ ਪ੍ਰਾਪਤ ਕੀਤੀ ਹੈ। ਉੱਚਾ ਨੀਵਾਂ ਸਭ ਪਰਮੇਸ਼ਰ ਨੇ ਬਣਾਏ ਹਨ, ਆਪ ਕੋਈ ਨਹੀਂ ਬਣਿਆ। ਇਸ ਤਰ੍ਹਾਂ ਆਖ ਕੇ ਗੁਰੂ ਜੀ ਨੇ ਖਾਨ ਵੱਲ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਅਤੇ ਉਸ ਦਾ ਸਾਰਾ ਹੰਕਾਰ ਦੂਰ ਕਰ ਦਿੱਤਾ। ਤਦ ਅਦਰਹਿ ਖਾਨ ਨੇ ਗੁਰੂ ਜੀ ਦੇ ਚਰਨਾਂ 'ਤੇ ਪੈ ਕੇ ਆਪਣੀ ਭੁੱਲ ਬਖਸ਼ਾਈ ਅਤੇ ਬੇਨਤੀ ਕੀਤੀ ਕਿ ਮੈਨੂੰ ਕੋਈ ਉਪਦੇਸ਼ ਦਿਓ ਜਿਸ ਨਾਲ ਗਿਆਨ ਦੀ ਪ੍ਰਾਪਤੀ ਹੋਵੇ। ਗੁਰੂ ਜੀ ਨੇ ਕਿਹਾ, ਹਿਰਦੇ ਵਿੱਚ ਖੁਦਾ ਦਾ ਖੌਫ ਰੱਖੋ, ਰਾਤ ਦਿਨ ਉਸ ਦਾ ਨਾਮ ਸਿਮਰਨ ਕਰੋ, ਸਭ ਨੂੰ ਇੱਕ ਸਮਾਨ ਸਮਝੋ। ਅਦਰਹਿ ਖਾਨ ਨੇ ਬੜੇ ਪ੍ਰੇਮ ਨਾਲ 2 ਦਿਨ ਗੁਰੂ ਜੀ ਪਾਸ ਰੱਖ ਕੇ ਸੇਵਾ ਕੀਤੀ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਉਪਰੰਤ ਗੁਰੂ ਜੀ ਉੱਥੋਂ ਚੱਲ ਕੇ ਕਰਤਾਰਪੁਰ ਆਪਣੇ ਆਸਨ ਆ ਗਏ। ਸਿੱਖਾਂ ਨੂੰ ਉਪਦੇਸ਼। ਭਾਈ ਬਾਲਾ ਕਹਿਣ ਲੱਗਾ, ਗੁਰੂ ਜੀ ਕਰਤਾਰਪੁਰ ਵਿੱਚ ਨਿਵਾਸ ਸਮੇਂ ਦੂਰ ਦੂਰ ਦੇਸਾਂ ਪ੍ਰਦੇਸਾਂ ਵਿੱਚ ਗੁਰੂ ਜੀ ਦੀ ਮਹਿਮਾ ਫੈਲ ਗਈ। ਗ੍ਰਹਿਸਤੀ, ਜੋਗੀ, ਬ੍ਰਹਮਚਾਰੀ, ਪੰਡਤ ਤੇ ਸੰਨਿਆਸੀ ਆਦਿ ਸਭ ਮੱਤਾਂ ਦੇ ਲੋਕ ਆਪ ਜੀ ਪਾਸ ਆਉਂਦੇ, ਦਰਸ਼ਨ ਕਰਦੇ ਅਤੇ ਨਾਮਦਾਨ ਦਾ ਉਪਦੇਸ਼ ਲੈ ਕੇ ਮਨੋਕਾਮਨਾ ਪੂਰੀਆਂ ਕਰਕੇ ਘਰਾਂ ਨੂੰ ਜਾਂਦੇ। ਕਰਤਾਰਪੁਰ ਵਿੱਚ ਇਸ ਤਰ੍ਹਾਂ ਸਦਾ ਹੀ ਭੀੜ ਲੱਗੀ ਰਹਿੰਦੀ। ਗੁਰੂ ਜੀ ਦੇ ਸਦਾ ਹੀ ਸਵਾ ਪਹਿਰ ਰਾਤ ਰਹਿੰਦੀ ਤੋਂ ਕੀਰਤਨ ਆਰੰਭ ਹੋ ਜਾਂਦਾ ਅਤੇ 1 ਪਹਿਰ ਰਾਤ ਗਈ ਤੱਕ ਸ਼ਬਦ ਦੀ ਵਿਚਾਰ ਹੁੰਦੀ ਰਹਿੰਦੀ ਤੇ ਸੰਗਤ ਦਾ ਮੇਲਾ ਲੱਗਾ ਰਹਿੰਦਾ। ਕੋਈ ਇੱਕ ਬਾਲਕ ਕੀਰਤਨ ਵੇਲੇ ਚੁੱਪਚਾਪ ਬੈਠ ਕੇ ਬੜੇ ਪ੍ਰੇਮ ਨਾਲ ਕੀਰਤਨ ਸੁਣਦਾ ਰਹਿੰਦਾ। ਜਦ ਕੀਰਤਨ ਦਾ ਭੋਗ ਪੈਂਦਾ ਤਾਂ ਗੁਰੂ ਜੀ ਨੂੰ ਨਮਸਕਾਰ ਕੇ ਘਰ ਨੂੰ ਚਲਿਆ ਜਾਂਦਾ। ਜਦ ਉਸ ਨੂੰ ਇਸ ਤਰ੍ਹਾਂ ਆਉਂਦਿਆਂ ਬਹੁਤ ਸਮਾਂ ਹੋ ਗਿਆ ਤਾਂ ਇੱਕ ਦਿਨ ਗੁਰੂ ਜੀ ਨੇ ਉਸ ਨੂੰ ਪੁੱਛਿਆ, ਹੇ ਬਾਲਕ, ਤੇਰੀ ਇਹ ਅਵਸਥਾ ਹੱਸਣ ਖੇਡਣ ਦੀ ਤੇ ਸੁੱਖ ਲੈਣ ਦੀ ਹੈ, ਤੂੰ ਇਹਨਾਂ ਸੁੱਖਾਂ ਨੂੰ ਛੱਡ ਕੇ ਇੱਥੇ ਰੋਜ਼ ਹੀ ਕਿਉਂ ਆ ਜਾਂਦਾ ਹੈ? ਬਾਲਕ ਨੇ ਹੱਥ ਜੋੜ ਕੇ ਕਿਹਾ, ਮਹਾਰਾਜ, ਇੱਕ ਦਿਨ ਮੇਰੀ ਮਾਂ ਨੇ ਚੁੱਲ੍ਹੇ ਵਿੱਚ ਅੱਗ ਬਾਲਣ ਵਾਸਤੇ ਆਖਿਆ, ਪਰ ਮੇਰੇ ਪਾਸੋਂ ਮੋਟੀਆਂ ਲੱਕੜਾਂ ਨੂੰ ਅੱਗ ਨਾ ਲੱਗੇ। ਤਦ ਮੇਰੀ ਮਾਂ ਨੇ ਕਿਹਾ, ਪਹਿਲਾਂ ਛੋਟੀਆਂ ਲੱਕੜਾਂ ਨੂੰ ਹੇਠਾਂ ਰੱਖ ਕੇ ਅੱਗ ਲਾਏਂਗਾ ਤਾਂ ਫਿਰ ਉੱਪਰੋਂ ਮੋਟੀਆਂ ਬਲਣਗੀਆਂ। ਜਦ ਮੈਂ ਇਸ ਤਰ੍ਹਾਂ ਪਹਿਲਾਂ ਛੋਟੀਆਂ ਲੱਕੜਾਂ ਨੂੰ ਅੱਗ ਲਾ ਕੇ ਮੋਟੀਆਂ ਨੂੰ ਬਾਲਿਆ ਤਾਂ ਮੈਨੂੰ ਵਿਚਾਰ ਆ ਗਈ ਕਿ ਅੱਗ ਤੇ ਕਾਲ ਦਾ ਸੁਭਾਵ ਹੈ ਕਿ ਉਹ ਕਿਸੇ ਨੂੰ ਛੋਟਾ ਵੱਡਾ ਨਹੀਂ ਜਾਣਦੇ, ਸਭ ਨੂੰ ਇੱਕਸਾਰ ਖਾ ਲੈਂਦੇ ਹਨ। ਇਸ ਤੋਂ ਮੈਨੂੰ ਵਿਚਾਰ ਆਈ ਕਿ ਕੀ ਪਤਾ ਮੈਂ ਵੱਡਾ ਹੋਵਾਂ ਕਿ ਨਾ, ਛੋਟੀ ਬਾਲਕ ਅਵਸਥਾ ਵਿੱਚ ਹੀ ਮਰ ਜਾਵਾਂ। ਇਸ ਕਰਕੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੀਦਾ ਹੈ। ਬਾਲਕ ਦੇ ਇਹ ਵਿਚਾਰ ਸੁਣ ਕੇ
ਗੁਰੂ ਜੀ ਨੇ ਉਸ ਨੂੰ ਉਪਦੇਸ਼ ਦੇਣ ਵਾਸਤੇ ਸ਼ਬਦ ਉਚਾਰਨ ਕੀਤਾ। ਰਾਮ ਕਲੀ ਕੀ ਵਾਰ ਮਹੱਲਾ ਪਹਿਲਾ। ਨਾਨਕ ਇਹ ਜਿਉ ਮਛਲੀ ਚੀਵਰ ਤ੍ਰਿਸ਼ਨਾ ਕਾਲ, ਮਨੁਆ ਅੰਧ ਨ ਚੇਤਈ ਪੜੇ ਅਚਿੰਤਾ ਜਾਲ। ਨਾਨਕ ਚਿਤ ਅਚੇਤ ਹੈ ਚਿੰਤਾ ਬੱਧਾ ਜਾਏ, ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ। ਭਾਵ ਇਹ ਜੀਵ ਮਛਲੀ ਦੀ ਨਿਆਈ ਤੇ ਕਾਲ ਚੀਵਰ ਦੇ ਸਮਾਨ ਹੈ। ਪਤਾ ਨਹੀਂ ਕਿਹੜੇ ਵੇਲੇ ਜਾਲ ਪਾ ਕੇ ਫੜ ਲਵੇ। ਇਸ ਕਰਕੇ ਪ੍ਰਮਾਤਮਾ ਨੂੰ ਸਦਾ ਯਾਦ ਰੱਖਣਾ ਤੇ ਸਤ ਸੰਗ ਕਰਕੇ ਨਾਮ ਸਿਮਰਨ ਕਰਨਾ ਚਾਹੀਦਾ ਹੈ। ਮੂਲਾ ਕੀੜ। ਇਸ ਤਰ੍ਹਾਂ ਗੁਰੂ ਜੀ ਅਨੇਕ ਜੀਵਾਂ ਨੂੰ ਨਾਮਦਾਨ ਦਾ ਉਪਦੇਸ਼ ਕਰਕੇ ਭਗਤੀ ਮਾਰਗ ਉੱਤੇ ਲਾ ਰਹੇ ਸਨ। ਇੱਕ ਦਿਨ ਮੂਲਾ ਕੀੜ ਦਰਸ਼ਨ ਕਰਨ ਆਇਆ ਅਤੇ ਬੇਨਤੀ ਕੀਤੀ ਕਿ ਮੇਰਾ ਮਨ ਬੜਾ ਚੰਚਲ ਹੈ, ਇਸ ਨੂੰ ਕਾਬੂ ਕਰਨ ਵਾਸਤੇ ਕੋਈ ਉਪਦੇਸ਼ ਬਖਸ਼ੋ। ਗੁਰੂ ਜੀ ਨੇ ਕਿਹਾ, ਪਿਛਲੇ ਯੁੱਗਾਂ ਵਿੱਚ ਅਨੇਕਾਂ ਰਾਜੇ ਹੋਏ ਹਨ। ਉਹਨਾਂ ਨੇ ਆਪਣੇ ਮਨ ਵੇਸਵਾ ਨੂੰ ਦੇਖ ਕੇ ਚੰਚਲ ਹੋ ਗਏ ਅਤੇ ਕਾਮ ਕੇਲਾਂ ਵਿੱਚ ਲੱਗ ਕੇ ਉਹਨਾਂ ਨੇ ਆਪਣਾ ਨਾਸ਼ ਕਰ ਲਿਆ। ਇਸ ਕਰਕੇ ਇਹਨਾਂ ਵੇਸਵਾਂ ਨੂੰ ਵੇਖਣਾ ਨਹੀਂ ਚਾਹੀਦਾ ਅਤੇ ਸਤ ਸੰਗ ਵਿੱਚ ਸਮਾਂ ਬਤੀਤ ਕਰਨਾ ਚਾਹੀਦਾ ਹੈ। ਜਿਨ੍ਹਾਂ ਰਾਜਿਆਂ ਨੇ ਜੂਏ ਖੇਡੇ ਉਹਨਾਂ ਨੂੰ ਵਿਪਤਾ ਪਈਆਂ ਤੇ ਰੋਣਾ ਪਿਆ। ਇਸ ਵਾਸਤੇ ਜੂਆ ਖੇਡਣਾ ਵੀ ਦੁੱਖਾਂ ਦਾ ਕਾਰਨ ਹੈ। ਹੁਣ ਕਲਯੁੱਗ ਦਾ ਸਮਾਂ ਹੈ। ਇਸ ਵਿੱਚ ਕੀਰਤਨ ਕਰਨਾ, ਧਰਮ ਦੀ ਕਿਰਤ ਕਰਨੀ, ਵੰਡ ਕੇ ਛਕਣਾ ਅਤੇ ਗੁਰਸਿੱਖਾਂ ਦੀ ਸੇਵਾ ਕਰਨੀ ਚਾਹੀਦੀ ਹੈ। ਗੁਰੂ ਜੀ ਦਾ ਇਹ ਉਪਦੇਸ਼ ਸੁਣ ਕੇ ਮੂਲਾ ਕੀੜ ਬੜੇ ਪ੍ਰੇਮ ਨਾਲ ਇਸ ਨੂੰ ਕਮਾਉਣ ਲੱਗਾ। ਨੰਗੇ ਨੂੰ ਕੱਪੜਾ, ਭੁੱਖੇ ਨੂੰ ਭੋਜਨ ਅਤੇ ਸਤ ਸੰਗਤ ਕਰਨ ਲੱਗਾ। ਇੱਕ ਦਿਨ ਇੱਕ ਠੱਗ ਸਿੱਖ ਦਾ ਰੂਪ ਧਾਰ ਕੇ ਮੂਲੇ ਕੀੜੇ ਪਾਸ ਆਇਆ। ਮੂਲੇ ਨੇ ਉਸ ਨੂੰ ਗੁਰੂ ਦਾ ਸਿੱਖ ਜਾਣ ਕੇ ਬੜੀ ਸੇਵਾ ਕੀਤੀ ਅਤੇ ਰਾਤ ਪਾਸ ਰੱਖਿਆ। ਰਾਤ ਨੂੰ ਜਦ ਸੌਣ ਲੱਗਿਆ, ਮੂਲੇ ਦੀ ਇਸਤਰੀ ਨੇ ਆਪਣੇ ਗਹਿਣੇ ਉਤਾਰ ਕੇ ਰੱਖੇ ਤਾਂ ਠੱਗ ਨੇ ਵੇਖ ਲਏ। ਜਦ ਠੱਗ ਨੇ ਵੇਖਿਆ ਕਿ ਇਹ ਸੌਂ ਗਏ ਹਨ ਤਾਂ ਗਹਿਣੇ ਚੁੱਕ ਕੇ ਲੈ ਚੱਲਿਆ। ਪਰ ਬਾਹਰ ਦੇ ਬੂਹੇ ਨੂੰ ਜੰਦਰਾ ਵੱਜਾ ਹੋਇਆ ਵੇਖ ਕੇ ਮੂਲੇ ਨੂੰ ਕਹਿਣ ਲੱਗਾ, ਮੇਰੇ ਪੇਟ ਵਿੱਚ ਦਰਦ ਹੈ, ਮੈਂ ਬਾਹਰ ਜਾਣਾ ਹੈ, ਚਾਬੀ ਦਿਓ ਤਾਂ ਕਿ ਬੂਹੇ ਦਾ ਜਿੰਦਰਾ ਖੋਲ੍ਹ ਲਵਾਂ। ਤਦ ਮੂਲਾ ਆਪ ਉੱਠ ਕੇ ਜਿੰਦਰਾ ਖੋਲ੍ਹਣ ਆਇਆ ਤਾਂ ਠੱਗ ਦੀ ਬਗਲ ਵਿੱਚੋਂ ਗਹਿਣੇ ਦਾ ਡੱਬਾ ਡਿੱਗ ਪਿਆ। ਜੇ ਇਸ ਨੂੰ ਠੱਗ ਡਰਦਾ ਚੁੱਕੇ ਨਾ ਅਤੇ ਮੂਲੇ ਨੇ ਆਪ ਚੁੱਕ ਕੇ ਉਸ ਨੂੰ ਦੇ ਦਿੱਤਾ ਅਤੇ ਬੂਹਾ ਖੋਲ੍ਹ ਕੇ ਬਾਹਰ ਕੱਢ ਕੇ ਆਪ ਸੌਂ ਗਿਆ। ਸਵੇਰੇ ਜਦ ਮੂਲੇ ਦੀ ਇਸਤਰੀ ਨੇ ਵੇਖਿਆ ਕਿ ਗਹਿਣਿਆਂ ਵਾਲਾ ਡੱਬਾ ਨਹੀਂ ਹੈ ਤਾਂ ਮੂਲੇ ਨੇ ਕਿਹਾ, ਰਾਤ ਨੂੰ ਕੋਈ ਚੋਰ ਸਾਡੇ ਸੁੱਤੇ ਪਿਆਂ ਹੀ ਲੈ ਗਿਆ ਹੋਵੇਗਾ। ਉਸ ਸਿੱਖ ਨੇ ਸੋਚਿਆ ਹੋਵੇਗਾ ਕਿ ਉਸ ਉੱਤੇ ਹੀ ਚੋਰੀ ਦਾ ਦੋਸ਼ ਨਾ ਲੱਗ ਜਾਵੇ, ਇਸ ਕਰਕੇ ਉਹ ਤੜਕੇ ਹੀ ਚਲਿਆ ਗਿਆ। ਵੈਸੇ ਨਿਰਦੋਸ਼ ਹੈ। ਕੁਝ ਦਿਨਾਂ ਉਪਰੰਤ ਮੂਲਾ ਜਦ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਤਾਂ ਗੁਰੂ ਜੀ ਨੇ ਕਿਹਾ, ਚੌਪਾਈ ਸੁਣ ਮੂਲਾ, ਰਿਦਾ ਤੋਰ ਸਿੱਖੀ ਅਨਕੂਲਾ, ਮਮ ਪਰਦਾ ਤੈ ਢਕਿਓ ਬਨਾਈ, ਤੇਰੇ ਟਕ ਹੈ ਗੁਰੂ ਸਦਾਈ। ਭਾਵ, ਹੇ ਮੂਲੇ, ਤੇਰਾ ਹਿਰਦਾ ਸਿੱਖੀ ਅਨੁਸਾਰ ਹੈ, ਤੂੰ ਮੇਰਾ ਪਰਦਾ ਟਕਿਆ ਹੈ, ਤੇਰਾ ਪਰਦਾ ਗੁਰੂ ਸਦਾ ਹੀ ਢਕੇਗਾ। ਗੁਰੂ ਜੀ ਦੇ ਇਹਨਾਂ ਕਿਰਪਾਲੂ ਬਚਨਾਂ ਕਰਕੇ ਮੂਲਾ ਨਿਹਾਲ ਹੋ ਗਿਆ ਤੇ ਉਸ ਦਾ ਜਨਮ ਮਰਨ ਮਿਟ ਗਿਆ।